ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਰਿਆਂ ਦਾ ਉਰੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਸ਼੍ਰੀ ਹਰਪਾਲ ਜਨੇਜਾ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਇੱਕ ਬਹੁਤ ਵੱਡਾ ਫੈਸਲਾ ਆਇਆ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਕੱਲ੍ਹ ਜਿਹੜਾ ਹੈ ਟੁੱਟ ਗਿਆ। ਸੋ ਗੱਠਜੋੜ ਟੁੱਟਦੇ ਹੀ ਸਾਰੇ ਹੀ ਵਰਕਰ ਆਪਣੀ ਆਪਣੀ ਥਾਂ ਤੇ ਆਪਣੀ ਆਪਣੀ ਪਾਰਟੀ ਲਈ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨਾ ਸ਼ੁਰੂ ਕਰਤਾ। ਗੱਲ ਕਰਾਂਗੇ ਉਹਨਾਂ ਵਰਕਰਾਂ ਦੀ ਜੋ ਕੰਮ ਸ਼ੁਰੂ ਕਰ ਰਹੇ ਆ, ਪਰ ਗੱਲ ਕਰਾਂਗੇ ਪਹਿਲਾਂ ਗੱਠਜੋੜ ਦੀ ਕਿ ਇਹ ਗੱਠਜੋੜ ਟੁੱਟਣ ਦੇ ਨੁਕਸਾਨ ਕੀ ਨੇ ਤੇ ਇਸ ਦੇ ਨਾਲ ਆਮ ਜਿਹੜੀ ਰਾਜਨੀਤੀ ਹੈ, ਜੋ ਸ਼ਹਿਰਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ ਰਾਜਨੀਤੀ ਹੈ, ਉਸ ਦੇ ਵਿੱਚ ਕੀ ਫਰਕ ਪਏਗਾ। ਇਸ ਦੇ ਲਈ ਸਾਡੇ ਨਾਲ ਮੌਜੂਦ ਨੇ ਹਰਪਾਲ ਜਨੇਜਾ ਜੀ, ਸ਼ਹਿਰੀ ਪ੍ਰਧਾਨ ਮਾਲਵਾ ਜ਼ੋਨ ਤੋਂ, ਸੇਵਾਦਾਰ ਕਹਿੰਦੇ ਆਪਣੇ ਆਪ ਨੂੰ ਸੇਵਾਦਾਰ ਨੇ। ਇਹਨਾਂ ਨਾਲ ਗੱਲ ਕਰਾਂਗੇ। ਹਰਪਾਲ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ, ਜਿਸ ਤਰ੍ਹਾਂ ਕਿ ਗੱਠਜੋੜ ਟੁੱਟ ਗਿਆ, ਕੀ ਲੱਗਦਾ ਹੁਣ ਕਿਸ ਤਰ੍ਹਾਂ ਰਹੂਗਾ? ਹਿੰਦੁਸਤਾਨ ਦਾ ਜਿਹੜਾ ਮੰਦਰ ਹੈ, ਉੱਥੇ ਜਦ NDA ਦੀ ਸਰਕਾਰ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਔਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਦਿਨਾਂ 'ਚ ਕਾਲਾ ਕਾਨੂੰਨ ਜਿਹੜਾ ਕਿਸਾਨਾਂ ਦੇ ਖਿਲਾਫ, ਜਿਹੜੇ ਡੈਥ ਵਾਰੰਟ ਨੇ ਕਿਸਾਨਾਂ ਦੇ, ਉਹ ਜਿਹੜਾ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕਰਤਾ ਹਿੰਦੁਸਤਾਨ ਦੇ ਮੰਦਰ 'ਚ, ਮੈਂ ਸਮਝਦਾ ਨਾ ਕੇਵਲ ਪੰਜਾਬ, ਹਰਿਆਣਾ, ਉੜੀਸਾ, ਤੇਲੰਗਾਨਾ, ਯੂਪੀ ਦੇ ਕੁਝ ਹਿੱਸੇ, ਤਕਰੀਬਨ ਪੂਰੇ ਹਿੰਦੁਸਤਾਨ 'ਚ ਉਹ ਬਿੱਲ ਪਾਸ ਕਰਦੇ ਸਾਰ ਅੱਗ ਲੱਗ ਗਈ। ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਮੰਤਰੀ ਨੇ ਹਿੰਦੁਸਤਾਨ ਦੀ ਵਜ਼ਾਰਤ 'ਚ, ਉਹ ਅਲੱਗ-ਅਲੱਗ ਪਲੇਟਫਾਰਮਸ 'ਤੇ ਭਾਰਤੀ ਜਨਤਾ ਪਾਰਟੀ ਔਰ ਜਿਹੜੀ ਕੈਬਨਿਟ ਦੀਆਂ ਮੀਟਿੰਗਸ ਹੋਈਆਂ ਜਾਂ ਮੋਦੀ ਸਾਹਿਬ ਨੂੰ ਬਾਰ-ਬਾਰ ਕੋਸ਼ਿਸ਼ ਕਰਨ ਤੋਂ ਬਾਵਜੂਦ, ਚਾਹੇ ਬੀਬਾ ਜੀ ਨੇ ਜਿਹੜਾ ਇਹ ਆਰਡੀਨੈਂਸ ਆ ਇਹਨੂੰ ਸਿਲੈਕਟ ਕਮੇਟੀ 'ਚ ਲਿਜਾਣ ਦੀ ਗੱਲ ਕੀਤੀ, ਚਾਹੇ ਜਿਹੜੀਆਂ ਕਿਸਾਨ ਦੀਆਂ ਜਥੇਬੰਦੀਆਂ ਸੀਗੀਆਂ ਪਿਛਲੇ 3-4 ਮਹੀਨਿਆਂ ਤੋਂ ਬਾਦਲ ਪਿੰਡ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਬਾਰ-ਬਾਰ ਮੀਟਿੰਗਾਂ ਕਰ ਰਹੀਆਂ ਸੀਗੀਆਂ ਵੀ ਇਹ ਬਿੱਲ ਜਿਹੜਾ ਕਿਸਾਨਾਂ ਦੇ ਖਿਲਾਫ ਹੈ। ਜਦੋਂ ਸਾਰੀਆਂ ਗੱਲਾਂ ਮੰਨੀਆਂ ਨਾ ਗਈਆਂ, ਅੱਜ ਤੋਂ 4-5 ਦਿਨ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਿੰਦੁਸਤਾਨ ਦੀ ਵਜ਼ਾਰਤ, ਜਿਹੜੀ 2024 ਤੱਕ ਸਰਕਾਰ ਰਹਿਣੀ ਸੀ, ਯਾਨੀ 4 ਸਾਲ ਰਹਿਣੀ ਸੀਗੇ, ਉਹਦੇ ਤੋਂ ਰਿਜ਼ਾਈਨ ਕਰਤਾ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਡਿਸੀਜਨ ਮੇਕਿੰਗ ਕਮੇਟੀ ਨੇ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਸਰਦਾਰ ਸੁਖਬੀਰ ਸਿੰਘ ਜੀ ਪ੍ਰਧਾਨ ਸਾਹਿਬ ਦੀ ਅਗਵਾਈ 'ਚ ਜਿਹੜਾ NDA ਨਾਲ ਨਾਤਾ ਸੀ ਉਹ ਤੋੜ ਦਿੱਤਾ। ਔਰ ਜਿਹੜੇ ਇਹ ਗੱਲਾਂ 'ਤੇ ਮੈਂ ਤਾਂ ਹੈਰਾਨ ਹੁੰਨਾ ਇਸ ਗੱਲ 'ਤੇ, ਅਸੀਂ ਪਟਿਆਲੇ ਸ਼ਹਿਰ 'ਚ ਬੈਠੇ ਹਾਂ, ਕੈਪਟਨ ਅਮਰਿੰਦਰ ਸਿੰਘ ਇੱਥੋਂ MLA ਬਣ ਕੇ ਗਏ ਹੋਏ ਨੇ, ਆਪਦੇ ਫਾਰਮ ਹਾਊਸ 'ਚ ਬੈਠੇ ਨੇ, ਤੀਜੇ ਦਿਨ ਸਟੇਟਮੈਂਟ ਛੱਡ ਦਿੰਦੇ ਨੇ ਵੀ ਇਹ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਰੈਜ਼ੀਗਨੇਸ਼ਨ ਦਿੱਤਾ ਇਹ ਇੱਕ ਡਰਾਮਾ ਹੈ। ਮੈਂ ਸਮਝਦਾ ਅੱਜ ਉਹ ਆਪਦੇ ਆਪ ਹੀ ਫਾਰਮ ਹਾਊਸ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ, ਕਿਸਾਨਾਂ ਨੂੰ ਫਾਰਮ ਹਾਊਸ 'ਚ ਬੈਠੇ ਕਹਿ ਰਹੇ ਨੇ ਵੀ ਤੁਸੀਂ ਸਾਰੇ ਮੇਰੇ ਕੋਲ ਆਓ, ਮੈਂ ਤੁਹਾਡੀ ਅਗਵਾਈ ਕਰਨ ਨੂੰ ਤਿਆਰ ਹਾਂ। ਮੈਂ ਹੈਰਾਨ ਹਾਂ ਉਹਨਾਂ ਦੀ ਸਮਝ 'ਤੇ, ਮੈਂ ਹੈਰਾਨ ਹਾਂ ਉਹਨਾਂ ਦੇ ਸਲਾਹਕਾਰਾਂ 'ਤੇ। ਪੰਜਾਬ ਦੇ ਲੋਕਾਂ ਨੇ ਐਡੀ ਵੱਡੀ ਮੈਜੋਰਟੀ ਨਾਲ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਤਾ, ਕੀ ਹੁਣ ਤੁਹਾਨੂੰ ਕੋਈ ਠੇਕੇਦਾਰ ਸਾਈਨ ਕਰਕੇ ਦਊਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨੀ ਹੈ? ਜਦ ਪੰਜਾਬ 'ਤੇ ਐਡੀ ਵੱਡੀ ਤਸ਼ੱਦਦ, ਕੱਲਾ ਕੱਲਾ ਕਿਸਾਨ, ਉਹਨਾਂ ਦੀ ਘਰ ਦੀ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਭੈਣਾਂ, ਪਟਿਆਲੇ 'ਚ ਹੀ ਤੁਸੀਂ ਦੇਖਿਆ ਹੋਣਾ ਪਿਛਲੇ 8 ਦਿਨ ਤੋਂ ਲਗਾਤਾਰ ਧਰਨੇ ਚੱਲੇ, 500-7,000 ਬੰਦਾ ਜਿਹੜੀ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ ਉਹਨੂੰ ਬਗੈਰ ਡਰੇ ਉੱਤੇ ਇਕੱਠਾ ਹੁੰਦਾ ਰਿਹਾ। ਤੇ ਅੱਜ ਵੀ ਇਹ ਡਰਾਮੇ ਦੀ ਗੱਲ ਕਰ ਰਹੇ ਨੇ। ਮੈਂ ਸਮਝਦਾ ਕਪਤਾਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੀ, ਤੁਸੀਂ ਇਹੋ ਜਿਹਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ 24 ਤੱਕ ਸਰਕਾਰ ਹੈ, 4 ਸਾਲ ਪਏ ਸੀ ਉਹਨਾਂ ਦੀ ਵਜ਼ਾਰਤ ਨੂੰ, ਜੇ ਉਹ ਰਿਜ਼ਾਈਨ ਕਰਨਾ ਡਰਾਮਾ ਤਾਂ ਇਹੋ ਜਿਹਾ ਇੱਕ ਕਾਰਨਾਮਾ, ਸਾਲ ਰਹਿ ਗਿਆ ਤੁਹਾਡੀ ਸਰਕਾਰ ਨੂੰ, ਇਹ ਕਰਕੇ ਦਿਖਾ ਦਿਓ। ਔਰ ਮੈਂ ਇਸ ਗੱਲ 'ਤੇ ਵੀ ਹੈਰਾਨ ਹਾਂ, ਭਾਰਤੀ ਜਨਤਾ ਪਾਰਟੀ ਜੋ 2 ਸੀਟਾਂ ਹੁੰਦੀਆਂ ਸੀ ਕਿਸੇ ਟਾਈਮ, ਅੱਜ ਤੋਂ 25-26 ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀਆਂ ਮਿੰਨਤਾਂ ਕਰਕੇ ਪੰਜਾਬ 'ਚ ਆਏ ਸੀ, ਔਰ ਬਾਦਲ ਸਾਹਿਬ ਨੇ ਵੀ ਤਾਂ ਬਾਂਹ ਫੜੀ ਸੀ ਪੰਜਾਬ 'ਚ ਇੱਕ ਹਿੰਦੂ ਸਿੱਖ ਦੀ ਹਾਰਮੋਨੀ ਬਣੀ ਰਹੇ, ਪਿਆਰ ਮੁਹੱਬਤ ਬਣਿਆ ਰਹੇ, ਤਾਂ ਇਹਨਾਂ ਦੀ ਬਾਂਹ ਫੜੀ ਸੀਗੀ। ਤੇ ਅੱਜ ਜੇ ਉਹ ਰਿਜ਼ਾਈਨ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ,
ਤਾਂ 4 ਵਜੇ ਰਿਜ਼ਾਈਨ ਕਰਦੇ ਨੇ, 12 ਵਜੇ ਅਸੈਪਟ ਕਰ ਲੈਂਦਾ। ਅਗਲੇ ਦਿਨ ਹੀ ਮੈਂ ਸਮਝਦਾ ਉਹਨਾਂ ਨੂੰ ਮੰਤਰਾਲਾ ਜਿਹੜਾ ਉਹ ਕਿਸੇ ਜਿਹੜੇ ਐਗਰੀ ਮਿਨਿਸਟਰ ਨੇ ਤੋਮਰ ਸਾਹਿਬ ਉਹਨਾਂ ਨੂੰ ਦੇ ਦਿੱਤਾ ਜਾਂਦਾ। ਮੈਨੂੰ ਲੱਗਦਾ ਹਿੰਦੁਸਤਾਨ 'ਚ ਕੀ ਦੁਨੀਆ 'ਚ ਕਿਤੇ ਵੀ ਜਿਹੜਾ ਬੰਦਾ ਵੱਸਦਾ ਹੋਵੇ ਜਿਹਦੀ 2-4 ਸਾਲ ਦੀ ਯਾਰੀ ਦੋਸਤੀ ਵੀ ਹੋ ਜੇ, ਤਾਂ ਉਹ ਵੀ ਜੇ ਨਾਤਾ ਤੋੜਦਾ ਤਾਂ ਉਹ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਗੱਲ ਕਰਦਾ, ਉਹਦੇ ਨਾਲ ਦੁੱਖ ਸਾਂਝਾ ਕਰਦਾ, ਉਹਦੀ ਤਕਲੀਫ ਸੁਣਦਾ। ਇੱਥੇ 26-27 ਸਾਲ ਦਾ ਜਿਹੜਾ ਨਾਤਾ ਸੀਗਾ ਉਹ ਮਿੰਟ ਇੱਕ 'ਚ, ਮਤਲਬ ਕਹਿਣ ਦਾ ਐਡਾ ਹੰਕਾਰ। ਕਿਸੇ ਟਾਈਮ ਭਾਰਤੀ ਜਨਤਾ ਪਾਰਟੀ ਦੇ ਲੀਡਰ ਵਾਜਪਾਈ ਸਾਹਿਬ ਹੁੰਦੇ ਸਨ, ਸੁਸ਼ਮਾ ਸਵਰਾਜ ਜੀ ਹੁੰਦੇ ਸਨ। ਮੈਂ ਤਾਂ ਉਹਨਾਂ ਦੀ ਵੀਡੀਓ ਵੀ ਸੁਣ ਰਿਹਾ ਇੰਨੇ ਚਿਰ ਤੋਂ ਜਿਹੜੀ ਆ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ। ਮਤਲਬ ਕਹਿਣ ਦਾ ਕਮ ਸੇ ਕਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਕਿਸਾਨਾਂ ਦੇ ਮਸੀਹਾ 16-17 ਸਾਲ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਕਾਰਨ ਜੇਲ੍ਹ ਕੱਟੀ ਹੈ, ਜੇ ਉਹਨਾਂ ਨਾਲ ਵੀ ਇੱਕ ਵਾਰ ਫੋਨ ਤੇ ਗੱਲ ਕਰਦੇ, ਉਹਨਾਂ ਨਾਲ ਸਲਾਹ ਕਰਦੇ ਤਾਂ ਕੋਈ ਨਾ ਕੋਈ ਮਸਲਾ ਕਿਸਾਨਾਂ ਦੇ ਹੱਕ 'ਚ ਹੱਲ ਕੱਢਣ ਵਾਲੀ ਗੱਲ ਕਰਦੇ, ਪਰ ਉਹਨਾਂ ਨੇ ਇਹ ਕਰਨਾ ਵਾਜਬ ਨਹੀਂ ਸਮਝਿਆ। ਮਤਲਬ ਹੰਕਾਰ। ਪੰਜਾਬ ਸਾਰਾ ਜੋ ਮੋਦੀ ਸਾਹਿਬ ਕਹਿੰਦੇ ਸੀ ਤਾਲੀ ਵਜਾਓ, ਤਾਲੀ ਖੜਕਾਓ, ਚਮਚਾ ਖੜਕਾਓ, ਮੋਮਬੱਤੀ ਚਲਾਓ, ਆਤਿਸ਼ਬਾਜ਼ੀ ਚਲਾਓ, ਸਾਰਾ ਕੁਝ ਪੰਜਾਬ ਤੇ ਕੱਲਾ ਕੱਲਾ ਪੰਜਾਬੀ ਤੇ ਸਾਰੇ ਕਿਸਾਨ ਕਰਦੇ ਸਨ। ਔਰ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਕਹਿ ਰਹੇ ਨੇ ਜਿਹੜਾ ਇਹ ਬਿੱਲ ਹੈ ਇਹ ਕਿਸਾਨਾਂ ਦੇ ਹੱਕ 'ਚ ਹੈ। ਜਿਨ੍ਹਾਂ ਦੇ ਹੱਕ 'ਚ ਹੈ ਉਹ ਕੱਲਾ ਕੱਲਾ ਕਿਸਾਨ, ਉਹਨਾਂ ਦੀ ਘਰ ਦੀ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਭੈਣਾਂ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕਿਉਂ ਕਰ ਰਹੀਆਂ ਜੇ ਉਹਨਾਂ ਦੇ ਹੱਕ 'ਚ। ਮਤਲਬ ਕਹਿਣ ਦਾ ਕਰੋਨਾ ਦੀ ਮਹਾਮਾਰੀ 'ਚ ਜਿਹੜੇ 6-8 ਮਹੀਨੇ ਮੈਂ ਸਮਝਦਾ ਮੋਦੀ ਸਾਹਿਬ ਨੇ ਨਾ ਕੇਵਲ ਹਿੰਦੁਸਤਾਨ ਨੂੰ, ਪੰਜਾਬ ਨੂੰ, ਪੰਜਾਬੀਆਂ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਰੋਨਾ ਦੀ ਮਹਾਮਾਰੀ ਤੋਂ। ਜੇ ਮੈਂ ਸਮਝਦਾ ਇਹ ਕਿਸਾਨਾਂ ਦੇ ਹੱਕ 'ਚ ਵੀ ਸੀਗਾ ਤਾਂ ਵੀ 6 ਮਹੀਨੇ ਇਹਨੂੰ ਪੋਸਟਪੋਨ ਕੀਤਾ ਜਾ ਸਕਦਾ ਜੀ। ਸੋ ਬੜੇ ਦੁੱਖ ਦੀ ਗੱਲ ਹੈ ਮੋਦੀ ਸਾਹਿਬ ਨੇ ਪੰਜਾਬ ਜਿਹੜਾ ਕਿਸਾਨ ਅੰਨਦਾਤਾ ਰਿਹਾ, ਪੰਜਾਬ ਜਿਹਨੇ ਆਪਦਾ ਢਿੱਡ ਦਾ ਪਾਣੀ ਸਾਰਾ ਖਤਮ ਕਰ ਲਿਆ ਹਿੰਦੁਸਤਾਨ ਨੂੰ ਫੀਡ ਕਰਨ ਲਈ। ਔਰ ਜੇ ਕਰੋਨਾ ਦੀ ਮਹਾਮਾਰੀ 'ਚ ਦੁਨੀਆ ਜਹਾਨ ਦਾ ਬਿਜ਼ਨਸ ਜਿਹੜਾ ਹਿੰਦੁਸਤਾਨ ਦਾ ਹੀ ਡਾਊਨ ਆ ਗਿਆ, ਸਿਰਫ ਕਿਸਾਨੀ ਔਰ ਖੇਤੀ ਕਾਰਨ GDP ਅੱਪ ਰਹੀ ਹੈ, ਤੇ ਉਸ ਨੂੰ ਜਿਹੜਾ ਇਹ ਨੁਕਸਾਨ ਪਹੁੰਚਾਇਆ। ਆਉਣ ਵਾਲੇ ਦਿਨਾਂ 'ਚ ਜਿਸ ਹਿਸਾਬ ਨਾਲ ਜਿਸ ਦਿਨ ਦਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ, ਉਸ ਦਿਨ ਤੋਂ ਪੂਰੇ ਹਿੰਦੁਸਤਾਨ 'ਚ ਲਹਿਰ ਸ਼ੁਰੂ ਹੋ ਚੁੱਕੀ ਹੈ। ਕੱਲੇ ਕੱਲੇ ਜਿਹੜੀਆਂ ਪਾਰਟੀਆਂ ਛੋਟੀਆਂ ਨੇ, ਅਲੱਗ-ਅਲੱਗ MP ਨੇ ਰਿਜ਼ਾਈਨ ਕਰਨ ਲੱਗ ਗਏ, MLA ਰਿਜ਼ਾਈਨ ਕਰਨ ਲੱਗ ਗਏ। ਔਰ ਇੱਥੇ ਮੈਂ ਮੋਦੀ ਸਾਹਿਬ ਨੂੰ ਇੱਕ ਬੇਨਤੀ ਹੋਰ ਕਰਨਾ ਚਾਹੂੰਗਾ, ਹਰਿਆਣੇ 'ਚ ਸ਼ੁਰੂ ਹੋ ਚੁੱਕਿਆ, BJP ਦੇ MP ਨੂੰ ਕਿਸਾਨਾਂ ਨੇ ਕੁੱਟਿਆ, MLA ਨੂੰ ਕੁੱਟਤਾ। ਪੰਜਾਬ 'ਚ ਸੰਗਰੂਰ ਜ਼ਿਲ੍ਹੇ 'ਚ ਜਿਹੜੇ BJP ਦੇ ਲੀਡਰ ਸੀਗੇ ਕਿਸਾਨਾਂ ਦੇ ਜੇ ਧਰਨੇ 'ਚ ਗਏ ਤਾਂ ਪੰਜਾਬ ਪੁਲਿਸ ਬਚਾ ਕੇ ਉਹਨਾਂ ਨੂੰ ਕੱਢ ਕੇ ਲਿਆਈ ਆ। ਮਤਲਬ ਇਹ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਕੈਡਰ ਦੇ ਹੋ ਚੁੱਕੇ ਨੇ। ਸੋ ਜਿੱਥੇ ਅੱਜ ਐਡੀ ਵੱਡੀ ਮੈਂ ਸਮਝਦਾ ਘਾਣ ਕੀਤਾ ਗਿਆ ਪੰਜਾਬ ਦੀ ਕਿਸਾਨੀ ਦਾ, ਉੱਥੇ ਪਰਸੋਂ ਸਾਡਾ ਅਲਾਇੰਸ, ਕੱਲ੍ਹ ਸਾਡਾ ਅਲਾਇੰਸ ਟੁੱਟਿਆ। ਤੇ ਅੱਜ ਤੋਂ ਪਟਿਆਲੇ ਸ਼ਹਿਰ ਦੀ ਗੱਲ ਕਰ ਲਈਏ, ਪਟਿਆਲੇ ਦਿਹਾਤ ਦੀ ਗੱਲ ਕਰ ਲਈਏ, ਅੱਜ ਪਾਇਲ ਮੌਦਗਿਲ ਜੀ ਜਿਹੜੇ 2 ਵਾਰ MC ਲੜ ਚੁੱਕੇ ਨੇ, ਕਈ ਵੱਡੇ ਵੱਡੇ ਅਹੁਦਿਆਂ ਤੇ ਪੰਜਾਬ ਲੈਵਲ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਰਹੇ ਨੇ, ਅੱਜ ਉਹ ਭਾਰਤੀ ਜਨਤਾ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਗੱਲ ਲਈ ਇਹਨਾਂ ਨੂੰ ਮੈਂ ਆਪਦੀ ਭੈਣ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ, ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ, ਉਹਦੇ 'ਚ ਇਹਨਾਂ ਦਾ ਜੋ ਮਾਨ ਸਤਿਕਾਰ ਬਣਦਾ ਉਹ ਮਾਨ ਸਤਿਕਾਰ ਕੀਤਾ ਜਾਊਗਾ। ਹਰਪਾਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਹਿੰਦੂ ਸਿੱਖ ਦਾ ਜਿਹੜਾ ਗਠਬੰਧਨ ਸੀ ਭਾਜਪਾ ਤੇ ਅਕਾਲੀ, ਹੁਣ ਜਿਸ ਤਰ੍ਹਾਂ ਕਿ ਉਹ ਗਠਬੰਧਨ ਟੁੱਟ ਗਿਆ ਤੇ ਹੁਣ ਭਾਜਪਾ ਸਿਰਫ ਸਿੱਖ ਵੋਟ ਦੇ ਲਈ ਲੜੂਗੀ, ਹਿੰਦੂ ਵੋਟ ਲਈ ਕਿਸੇ ਹੋਰ ਪਾਰਟੀ ਦੇ ਨਾਲ ਫਿਰ ਅਲਾਈਅੰਸ ਕੀਤਾ ਜਾਊਗਾ। ਉਹ ਹਾਲਾਤ ਪੰਜਾਬ 'ਚ ਬਣ ਚੁੱਕੇ ਨੇ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਪੰਜਾਬੀ ਕਿਸਾਨ, ਕਿਉਂਕਿ ਇਹ ਖਾਲੀ ਕਿਸਾਨ ਮਾਰੂ ਬਿੱਲ ਨਹੀਂ ਹੈ, ਇਹਨਾਂ ਨੇ ਲੇਬਰ ਮਾਰਤੀ, ਇਹਨਾਂ ਨੇ ਮਜ਼ਦੂਰ ਮਾਰਤਾ, ਇਹਨਾਂ ਨੇ ਆੜਤੀਆ ਮਾਰਤਾ, ਇਹਨਾਂ ਨੇ ਵਪਾਰੀ ਮਾਰਤਾ। ਔਰ ਜਿਸ ਦਿਨ ਇਹ ਵੱਡੇ ਵੱਡੇ ਜਿਹੜੇ ਅੰਬਾਨੀ ਤੇ ਅਡਾਨੀ ਜਿਹਦੇ ਪਲੇਅਰ ਪੰਜਾਬ ਦੀ ਧਰਤੀ ਤੇ ਆ ਕੇ ਇਹਨਾਂ ਨੇ ਆਪਦੇ ਗਡਾਊਨ ਲਾ ਲਏ, ਤਾਂ ਮੈਨੂੰ ਐਂ ਲੱਗਦਾ ਵੀ ਜਿਹੜਾ ਆਮ ਬੰਦਾ ਤੁਸੀਂ ਮੈਂ ਵੀ ਹਾਂ, ਇਹ ਜਿਹੜੀ ਚੀਜ਼ ਹੈ, ਰੋਟੀ ਹੈ, ਬ੍ਰੈਡ ਹੈ, ਇਹ ਹਰ ਚੀਜ਼ ਮਹਿੰਗੀ ਹੋਣ ਜਾ ਰਹੀ ਹੈ। ਇਹ ਕੱਲੇ ਕੱਲੇ ਬੰਦੇ ਨੂੰ ਮਾਰ ਦੂਗੀ ਮੇਰੇ ਹਿਸਾਬ ਨਾਲ, ਜੋ ਮੈਨੂੰ ਦਿਖਦਾ ਇਹ ਅੱਗੇ ਨੂੰ ਜਿਹੜਾ ਫਿਊਚਰ 'ਚ ਹੋਣ ਜਾ ਰਿਹਾ। ਨਹੀਂ, ਪਾਰਟੀ ਦੀ ਗੱਲ ਕਰ ਰਿਹਾ ਮੈਂ, ਜਿਸ ਤਰ੍ਹਾਂ ਕਿ ਗਠਬੰਧਨ ਟੁੱਟ ਗਿਆ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਹਿੰਦੂ ਸਿੱਖ ਦੀ ਤੁਸੀਂ ਗੱਲ ਕਰ ਰਹੇ ਹੋ, ਧਰਮ ਦੀ ਜਦੋਂ ਗੱਲ ਆ ਜਾਂਦੀ, ਇਹ ਰਾਜਨੀਤਿਕ ਜਿਹੜੀ ਹੈ ਹੁਣ ਅੱਗੇ ਕਿਸੇ ਹੋਰ ਇਸ ਤਰ੍ਹਾਂ ਦੀ ਪਾਰਟੀ ਨਾਲ ਅਲਾਇੰਸ ਕੀਤਾ ਜਾਊਗਾ। ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ, ਮੈਂ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ, ਪਿਛਲੇ 20-25 ਸਾਲ ਤੋਂ ਯੂਥ 'ਚ ਸੇਵਾ ਕਰਦਾ ਰਿਹਾ। ਅੱਜ ਜਿਹੜਾ ਪਹਿਲਾ ਮੈਂ ਸਮਝਦਾ ਕੱਲ੍ਹ ਤੋੜ ਵਿਛੋੜਾ ਹੋਇਆ, ਅੱਜ ਪਟਿਆਲੇ ਸ਼ਹਿਰ 'ਚ ਜੇ ਇੱਕ MC ਜੁਆਇਨ ਕੀਤਾ BJP ਅਕਾਲੀ ਦਲ ਦਾ, ਭਾਰਤੀ ਜਨਤਾ ਪਾਰਟੀ ਦਾ ਛੱਡ ਕੇ, ਤਾਂ ਉਹ ਵੀ ਹਿੰਦੂ ਪਰਿਵਾਰ ਤੋਂ ਹੈ। ਸੋ ਇਹ ਭਾਈਚਾਰਕ ਸਾਂਝ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਨਹੀਂ ਹੋਣ ਦਊਗਾ ਪੰਜਾਬ 'ਚ। ਪਰ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਦੱਸ ਰਿਹਾ ਤੁਹਾਨੂੰ ਮੈਂ ਵੀ ਅੱਜ ਹਾਲਾਤ ਕੀ ਹੋ ਗਏ ਨੇ। ਅੱਜ ਉਹਨਾਂ ਦੀ ਨੀਤੀ ਕਾਰਨ, ਜਿਹੜੀ ਖਾਸ ਕਰਕੇ ਕਿਸਾਨਾਂ ਦੇ ਖਿਲਾਫ ਨੀਤੀ ਲਿਆਂਦੀ ਹੈ, ਉਸ ਗੱਲ ਕਾਰਨ ਕੱਲਾ ਕੱਲਾ ਵਪਾਰੀ, ਕੱਲਾ ਕੱਲਾ ਵਰਗ
ਮੋਦੀ ਸਾਹਿਬ ਦੇ ਖਿਲਾਫ ਹੋਇਆ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੋਇਆ। ਕਿਤੇ ਜੇ ਗੱਠਜੋੜ ਇਸ ਕਰਕੇ ਤਾਂ ਨਹੀਂ ਟੁੱਟ ਗਿਆ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਸੀ ਜਦੋਂ ਹਰਸਿਮਰਤ ਕੌਰ ਜੀ ਨੇ ਇੱਕ ਅਸਤੀਫਾ ਦੇ ਦਿੱਤਾ, ਉਸ ਤੋਂ ਬਾਅਦ ਲੋਕਾਂ ਦਾ ਕਹਿਣਾ ਸ਼ੁਰੂ ਹੋ ਗਿਆ ਕਿ ਡਰਾਮਾ ਸ਼ੁਰੂ ਹੋ ਚੁੱਕਿਆ, ਉਸ ਤੋਂ ਬਾਅਦ ਕਿਸਾਨ ਵੀ ਸੜਕਾਂ ਤੇ ਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਬੀਬਾ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੀ ਤੇ ਪੰਜਾਬ ਦੀ ਧੀ ਹੈ। ਉਹਨਾਂ ਨੇ ਉਹਨੂੰ ਦੇਖਦੇ ਹੋਏ ਡਿਸੀਜਨ ਲਿੱਤਾ। ਮੈਂ ਸਮਝਦਾ, ਮੈਨੂੰ ਬੜਾ ਮਾਣ ਹੈ, ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ। ਜੇ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਆ ਗਿਆ, ਤੁਸੀਂ ਪਟਿਆਲੇ 'ਚ ਰਹਿਣ ਵਾਲੇ ਹੋ, ਜੇ ਤੁਹਾਨੂੰ ਸ਼ਾਇਦ ਯਾਦ ਹੋਵੇ 89 ਤੇ 93 'ਚ ਪਟਿਆਲੇ 'ਚ ਹੜ੍ਹ ਆਏ ਸੀਗੇ, ਸਾਰਾ ਪਟਿਆਲਾ ਹੜ੍ਹਾਂ 'ਚ ਡੁੱਬ ਗਿਆ ਸੀਗਾ ਤੇ ਮੇਰੀ ਉਮਰ ਵੀ ਉਦੋਂ 18-19 ਸਾਲ ਦੀ ਸੀਗੀ ਤੇ ਮੈਨੂੰ ਯਾਦ ਹੈ ਪੂਰੇ ਇਲਾਕੇ 'ਚੋਂ ਪਟਿਆਲੇ ਦੇ ਆਲੇ ਦੁਆਲੇ ਤੋਂ ਜੱਟਾਂ ਨੇ, ਕਿਸਾਨਾਂ ਨੇ ਭਰ ਟਰਾਲੀਆਂ ਲੰਗਰ ਲਿਆਂਦੇ, ਦੁੱਧ ਦੀਆਂ ਨਦੀਆਂ ਵਹਾਈਆਂ, ਕੀਮਤੀ ਜਾਨਾਂ ਬਚਾਈਆਂ, ਨਾਲ ਨਾਲ ਜਿੰਨਾ ਪਟਿਆਲੇ 'ਚ ਡੈਰੀ ਵਾਲੇ ਨੇ ਉਹਨਾਂ ਦੀਆਂ ਮੱਝਾਂ ਗਾਵਾਂ ਤੱਕ ਬਚਾਈਆਂ, ਉਹਨਾਂ ਲਈ ਚਾਰਾ ਲਿਆਂਦਾ ਗਿਆ। ਔਰ ਉਹ ਸਾਰੀ ਗੱਲ ਦਾ ਗਵਾਹ ਮੈਂ ਆ। 5-7 ਦਿਨ ਮੈਂ ਵੀ ਉਹ ਹੜ੍ਹਾਂ 'ਚ ਰਿਹਾ, ਲੋਕਾਂ ਦੀ ਮਦਦ ਕਰਦਾ ਰਿਹਾ, ਪਰ ਕਿਸੇ ਨੇ ਵੀ ਉਹਨਾਂ ਨੂੰ ਆਵਾਜ਼ ਨਹੀਂ ਮਾਰੀ ਸੀ ਆਲੇ ਦੁਆਲੇ ਦੇ ਪਿੰਡਾਂ 'ਚੋਂ ਜੱਟਾਂ ਨੂੰ। ਉਹ ਖੁਦ ਆਪ ਮੁਹਾਰੇ ਪਟਿਆਲੇ ਸ਼ਹਿਰ, ਪਟਿਆਲੇ ਵਾਸੀਆਂ ਨੂੰ ਬਚਾਉਣ ਲਈ ਆਏ ਸੀ ਔਰ ਕਿਸੇ ਦੀ ਅਪੀਲ ਤੇ ਨਹੀਂ ਆਏ ਸੀ। ਸੋ ਮੈਂ ਸਮਝਦਾ ਜੋ ਜਜ਼ਬੇ ਨਾਲ ਉਹ ਲੋਕ ਪਟਿਆਲੇ 'ਚ ਆ ਕੇ ਕਿਸਾਨਾਂ ਨੇ, ਜੱਟਾਂ ਨੇ ਸੇਵਾ ਕੀਤੀ ਸੀ, ਉਸੇ ਤਰੀਕੇ ਨਾਲ ਮੈਂ ਤੁਹਾਡੇ ਚੈਨਲ ਦੇ ਥਰੂ ਅਪੀਲ ਵੀ ਕਰਨਾ ਚਾਹੂੰਗਾ ਪਟਿਆਲੀਆਂ ਨੂੰ ਵੀ ਇਹ ਜਿਹੜਾ ਆਪਾਂ ਉਡੀਕਦੇ ਹੁੰਦੇ ਸੀ ਵੀ ਨਦੀ ਚੜ੍ਹ ਜੂਗੀ ਤੇ ਰਾਜਾ ਨੱਤ ਪਾਣ ਆਊਗਾ, ਰਾਜਾ ਤਾਂ 10 ਦਿਨ ਪਟਿਆਲਾ ਡੁੱਬਿਆ ਹੋਇਆ ਸੀਗਾ ਤੇ ਆਇਆ ਨਹੀਂ ਸੀਗਾ। ਜਿਨ੍ਹਾਂ ਨੇ ਜਾਨ ਬਚਾਈ ਸੀ, ਜਿਹੜੇ ਮਸੀਹੇ ਬਣ ਕੇ ਆਏ ਸੀ, ਅੱਜ ਆਪਾਂ ਨੂੰ ਲੋੜ ਹੈ ਉਹਨਾਂ ਨਾਲ ਖੜਾ ਨਹੀਂ, ਸੰਘਰਸ਼ 'ਚ ਸ਼ਾਮਲ ਹੋਣ ਦੀ। ਹਰ ਪਟਿਆਲਵੀ ਨੂੰ, ਮੈਂ ਪਟਿਆਲੇ 'ਚ ਬੈਠਾ, ਪਟਿਆਲੇ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਦਿੱਤੀ ਹੈ, ਹਰ ਪਟਿਆਲਵੀ ਨੂੰ ਹੱਥ ਜੋੜ ਕੇ ਅਪੀਲ ਕਰਦਾ ਉਹ ਦਿਨਾਂ ਨੂੰ ਯਾਦ ਕਰੀਏ। ਖਾਸ ਕਰਕੇ ਬਜ਼ੁਰਗਾਂ ਨੂੰ ਜ਼ਰੂਰ ਯਾਦ ਹੋਊਗਾ 99 ਤੇ 93 'ਚ ਜਦ ਹੜ੍ਹ ਆਏ ਸੀਗੇ, ਕਿਵੇਂ ਕਿਸਾਨਾਂ ਤੇ ਜੱਟਾਂ ਨੇ ਇਕੱਲੇ ਘਰ 'ਚੋਂ ਕੀਮਤੀ ਜਾਨਾਂ ਸਮਾਨ ਤੱਕ ਬਚਾਇਆ ਸੀਗਾ। ਉਹਨੂੰ ਯਾਦ ਰੱਖਦੇ ਹੋਏ ਅੱਜ ਆਪਾਂ ਉਹਨਾਂ ਦੇ ਸੰਘਰਸ਼ 'ਚ ਸ਼ਾਮਲ ਹੋਈਏ, ਚਾਹੇ ਲੰਗਰ ਖਵਾਈਏ, ਚਾਹੇ ਚਾਹਾਂ ਪਿਆਈਏ, ਚਾਹੇ ਪਾਣੀ ਦੀ ਸੇਵਾ ਕਰੀਏ, ਕਿਸੇ ਨਾ ਕਿਸੇ ਤਰੀਕੇ ਆਪਾਂ ਇਸ ਸੰਘਰਸ਼ ਨੂੰ ਉਹ ਲੈਵਲ ਤੇ ਲੈ ਜਾਈਏ ਤਾਂ ਜੋ ਮੋਦੀ ਸਾਹਿਬ ਮਜਬੂਰ ਹੋ ਜਾਣ ਇਹ ਕਿਸਾਨਾਂ ਜਿਹੜਾ ਕਾਲਾ ਕਾਨੂੰਨ ਹੈ, ਡੈਥ ਵਾਰੰਟ ਨੇ ਕਿਸਾਨਾਂ ਦੇ, ਉਹ ਵਾਪਸ ਲਵੇ। ਸੋ ਤੁਸੀਂ ਸੁਣ ਰਹੇ ਹੋ ਕਿ ਕਿਸ ਤਰ੍ਹਾਂ ਹਰਪਾਲ ਜੀ ਹਰੇਕ ਸਵਾਲ ਦਾ ਜਵਾਬ ਦੇ ਰਹੇ ਹੋ ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਕਿਸਾਨ ਨੇ ਆਮ ਇਨਸਾਨ ਲਈ ਬੜਾ ਕੁਝ ਕੀਤਾ ਔਰ ਇਹ ਬਿੱਲ ਜਿੱਥੇ ਕਿਸਾਨ ਦੇ ਲਈ ਮਾਰੂ ਹੋਏਗਾ ਉੱਥੇ ਆਮ ਵਿਅਕਤੀ ਲਈ ਵੀ ਮਾਰੂ ਹੋਊਗਾ। ਪਰ ਇਸ ਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਪਟਿਆਲਾ ਸ਼ਹਿਰ ਤੋਂ ਪਹਿਲਾ ਝਟਕਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤਾ ਗਿਆ ਕਿਉਂਕਿ ਇੱਥੋਂ 2 ਵਾਰ ਕੌਂਸਲਰ ਲੜ ਚੁੱਕੇ ਔਰ ਕਈ ਅਹਿਮ ਅਹੁਦਿਆਂ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਹੇ ਪਾਇਲ ਮੋਦਗਿਲ ਜੀ ਜਿਹੜੇ ਅੱਜ ਆਪਣੇ ਕਈ ਸਮਰਥਕਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਆ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੈਨੂੰ ਤਾਂ ਬੜੀ ਖੁਸ਼ੀ ਹੈ ਜੀ, ਪਾਰਟੀ ਨੇ ਮੈਨੂੰ ਇੱਕ ਜ਼ਿੰਮੇਵਾਰੀ ਸੌਂਪੀ ਹੈ ਔਰ ਜ਼ਿੰਮੇਵਾਰੀ ਇਹ ਸੌਂਪੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਜਿੱਡਾ ਵੱਡਾ ਹੋ ਜੇ, ਤੁਸੀਂ ਉਹਦੇ ਲਈ ਦਿਨ ਰਾਤ ਮਿਹਨਤ ਕਰੋ। ਸੋ ਮੈਂ ਅਵਤਾਰ ਹੈਪੀ ਜੀ ਦਾ, ਸੁਖਬੀਰ ਸਨੌਰ ਜੀ ਦਾ, ਜੋਨੀ ਕੋਹਲੀ ਜੀ ਦਾ, ਨਰਦੇਵ ਸਿੰਘ ਆਕੜੀ ਜੀ ਦਾ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਜਿਨ੍ਹਾਂ ਨਾਲ ਪਾਇਲ ਮੋਦਗਿਲ ਜੀ, ਮੇਰੀ ਭੈਣ ਦਾ ਮੇਰੇ ਨਾਲ ਵੀ ਬੜਾ ਪੁਰਾਣਾ ਪਿਆਰ ਰਿਹਾ, ਪਰ ਇਹਨਾਂ ਨਾਲ ਵੀ ਇੱਕ ਪਰਿਵਾਰਕ ਰਿਲੇਸ਼ਨ ਰਹੇ ਨੇ ਤੇ ਅੱਜ ਇਹਨਾਂ ਨਾਲ ਜਦ ਦੁੱਖ ਸਾਂਝਾ ਕੀਤਾ, ਖਾਸ ਕਰਕੇ ਹੈਪੀ ਜੀ ਨਾਲ, ਤਾਂ ਹੈਪੀ ਜੀ ਦੀ ਪ੍ਰੇਰਨਾ ਸਦਕਾ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੀ ਨੀਤੀਆਂ ਤੋਂ ਦੁਖੀ ਆ ਕੇ ਛੱਡ ਕੇ, ਮੈਨੂੰ ਲੱਗਦਾ ਕਈ 100 ਸਮਰਥਕ ਇਹਨਾਂ ਨਾਲ ਜੁੜੇ ਨੇ। ਅੱਜ ਵੀ ਕਰੋਨਾ ਦੀ ਮਹਾਮਾਰੀ ਹੋਣ ਦੇ ਬਾਵਜੂਦ 50 ਤੋਂ 100 ਬੰਦਾ ਅੱਜ ਆ ਕੇ ਅਲੱਗ-ਅਲੱਗ ਟਾਈਮ ਤੇ 5-10 ਬੰਦਿਆਂ 'ਚ ਆ ਕੇ ਹਾਜ਼ਰੀ ਲਵਾ ਕੇ ਇਹਨਾਂ ਕੋਲ ਚਲਾ ਗਿਆ। ਸੋ ਮੈਨੂੰ ਖੁਸ਼ੀ ਹੈ ਔਰ ਮੇਰੀ ਭੈਣ, ਵੱਡੀ ਭੈਣ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਉਂਦੇ ਆ, ਜੋ ਸ਼੍ਰੋਮਣੀ ਅਕਾਲੀ ਦਲ 'ਚ ਇਹਨਾਂ ਦਾ ਮਾਨ ਸਤਿਕਾਰ ਬਣਦਾ ਉਹ ਪੂਰਾ ਦਿੱਤਾ ਜਾਊਗਾ। ਪਾਇਲ ਜੀ, ਤੁਹਾਡੇ ਤੋਂ ਇੱਕ ਸਵਾਲ ਕਰ ਲੈਂਦੇ ਹਾਂ। ਜਿਸ ਤਰ੍ਹਾਂ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦੇ ਵਿੱਚ ਸ਼ਾਮਿਲ ਹੋ ਗਏ ਹੋ, ਕਾਫੀ ਲੰਬਾ ਤੁਸੀਂ ਸਮਾਂ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਨਿਭਾਈ ਹੈ ਔਰ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ, ਫਿਰ ਕੀ ਜ਼ਰੂਰਤ ਪੈ ਗਈ ਇੱਕਦਮ ਤੁਸੀਂ ਇਸ ਪਾਸੇ ਸ਼ਾਮਿਲ ਹੋਏ? ਜ਼ਰੂਰਤ ਤਾਂ ਕੋਈ ਨਹੀਂ ਜੀ, ਜਿਹੜੇ ਇਹਨਾਂ ਨੇ ਮਤਲਬ ਕਿ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਕੀਤਾ ਮਤਲਬ ਕਿ ਧੱਕਾ ਕੀਤਾ ਕਿਸਾਨਾਂ ਨਾਲ, ਉਸ ਤੋਂ ਦੁਖੀ ਹੋ ਕੇ ਮਤਲਬ ਕਿ ਮੈਂ ਅਕਾਲੀ ਦਲ 'ਚ ਆਈ। ਹੁਣ ਅਕਾਲੀ ਦਲ ਦੇ ਨਾਲ ਹਾਂਜੀ, ਬਿਲਕੁਲ ਰਵਾਂਗੀ ਜੀ। ਹਰਪਾਲ ਜੀ, ਅਗਲਾ ਸਵਾਲ ਤੁਹਾਡੇ ਤੋਂ ਹੈ ਕਿ ਹੋਰ ਕਿੰਨੇ ਕੁ ਲੋਕਾਂ ਦੀ ਤੁਹਾਨੂੰ ਲਿਸਟ ਤਿਆਰ ਕਰ ਲਈ ਹੈ ਕਿ ਹੋਰ ਵੀ ਲੋਕ ਇੱਧਰ ਆਣਗੇ ਜਾਂ ਤੁਹਾਡੇ ਕੋਲ ਫੋਨ ਕਾਲਸ ਆ ਰਹੀਆਂ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਰਣਨੀਤੀ ਤੈਅ ਕੀਤੀ ਗਈ ਹੈ? ਮੈਂ ਕਦੇ ਵੀ ਕਿਸੇ ਤਰ੍ਹਾਂ ਦੀ ਰਣਨੀਤੀ ਨਹੀਂ ਤਿਆਰ ਕਰਦਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਫੀਲਡ 'ਚ ਰਹਿੰਦੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਹਮੇਸ਼ਾ ਫੀਲਡ 'ਚ ਰਹਿੰਦੇ। ਜੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੇ ਸਾਡੇ ਵਰਕਰ ਨੂੰ, ਸਾਡੇ ਲੀਡਰ ਸਾਹਿਬਾਨ ਨੂੰ ਅਪਰੋਚ ਕਰੂਗਾ ਤਾਂ ਅਸੀਂ ਉਹਦਾ ਦੁੱਖ ਦਰਦ ਸੁਣਾਂਗੇ, ਉਹਦੀ ਗੱਲ ਸਮਝਾਂਗੇ ਵੀ, ਸਮਝਾਵਾਂਗੇ, ਜੋ ਜਿਹਦੀ ਇੱਛਾ ਹੋਊਗੀ ਉਸ ਹਿਸਾਬ ਨਾਲ ਕਰਾਂਗੇ। ਤੁਹਾਨੂੰ ਲੱਗਦਾ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਫਿਰ ਦੁਬਾਰਾ ਭਾਰਤੀ ਜਨਤਾ ਪਾਰਟੀ 'ਚ ਆ ਜਾਵੇ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਇੱਕ ਚਿਹਰਾ ਚਾਹੀਦਾ ਹੋਊਗਾ? ਕਹਿੰਦੇ ਜਿਹੜਾ ਬੰਦੇ ਦੀ ਕ੍ਰੈਡੀਬਿਲਟੀ ਖਤਮ ਹੋ ਜੇ, ਇੱਕ ਬੰਦਾ ਆਪਦੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਦੀ
ਕੁਰਸੀ ਵੱਲ ਝਾਕ ਰੱਖਦਾ ਹੋਵੇ ਤੇ ਡੇਢ 2 ਸਾਲ ਉਹਨਾਂ ਦੀ ਸਰਕਾਰ ਹੁੰਦੇ ਹੋਏ ਲੋਕਾਂ 'ਚੋਂ ਗੈਪ ਰਵੇ, ਤਾਂ ਮੈਂ ਸਮਝਦਾ ਇਹ ਨਾ ਕੇਵਲ ਉਹ ਆਪਦੇ ਆਪ ਨੂੰ ਧੋਖਾ ਦੇ ਰਿਹਾ, ਬਲਕਿ ਪੰਜਾਬ ਦੇ ਲੋਕਾਂ ਨੂੰ ਵੀ ਧੋਖਾ ਦੇ ਰਿਹਾ। 3-4 ਇਸ਼ੂ ਮਾਝੇ ਦੀ ਧਰਤੀ ਜਿੱਥੇ ਉਹ ਆਪਦੇ ਘਰ 'ਚ ਆਪਦੀ ਖੁੱਡ 'ਚ ਲੁੱਕ ਕੇ ਬੈਠਾ ਰਿਹਾ, ਉੱਥੇ ਬਹੁਤ ਵੱਡਾ ਬੀਜ ਘਟਾਲਾ ਹੋਇਆ। ਉਧਰ ਦੇ ਏਰੀਏ 'ਚ ਸੁੱਖੀ ਰੰਧਾਵਾ ਮਿਨਿਸਟਰ ਨੇ, ਉਹਨਾਂ ਦਾ ਖਾਸ ਬੰਦਾ ਲੱਕੀ ਢਿੱਲੋਂ, ਉਹਨੇ ਘੁਟਾਲਾ ਕੀਤਾ ਹਜ਼ਾਰਾਂ ਕਰੋੜਾਂ ਦਾ। ਉਹ ਉੱਥੇ ਆਪਦੀ ਕੋਠੀ 'ਚ, ਮਾਝੇ ਦੀ ਅੰਮ੍ਰਿਤਸਰ ਦੀ ਕੋਠੀ 'ਚ ਦੁਬੱਕ ਕੇ ਬੈਠਾ ਰਿਹਾ, ਉਦੋਂ ਕੱਖ ਨਹੀਂ ਬੋਲਿਆ। ਗਾਂ ਫਿਰ ਆ ਗਿਆ ਤੁਹਾਡਾ ਜ਼ਹਿਰੀਲੀ ਸ਼ਰਾਬ ਦਾ ਮੁੱਦਾ। ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਕਰੋਨਾ ਦੀ ਮਹਾਮਾਰੀ ਹੋਵੇ, ਸਬਜ਼ੀ ਦੀ ਦੁਕਾਨ ਕੈਪਟਨ ਅਮਰਿੰਦਰ ਸਿੰਘ ਖੁੱਲ੍ਹਣ ਨਾ ਦਿੰਦਾ ਹੋਵੇ, ਸ਼ਰਾਬ ਦੇ ਠੇਕੇ ਹਰ ਮੋੜ ਤੇ ਖੁੱਲ੍ਹੇ ਹੋਣ, ਉਹ ਸ਼ਰਾਬ ਦੀਆਂ ਜ਼ਹਿਰੀਲੀਆਂ ਫੈਕਟਰੀਆਂ ਰਾਜਪੁਰੇ ਤੇ ਘਨੌਰ ਦੇ ਕਾਂਗਰਸੀ ਚਲਾਉਂਦੇ ਹੋਣ, ਤੇ ਉਹਦੀ ਸ਼ਰਾਬ ਜਦ ਪਟਿਆਲੇ ਦੇ ਐਸਐਸਪੀ ਨੇ ਪਰਦਾਫਾਸ਼ ਕਰਤਾ, ਬਜਾਏ ਕਿ ਐਕਸ਼ਨ ਲੈ, ਤੇ ਜੇ ਐਕਸ਼ਨ ਲਿੱਤਾ ਹੁੰਦਾ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ। ਉਹ ਜਿਹੜੀ ਜ਼ਹਿਰੀਲੀ ਸ਼ਰਾਬ ਬਣੀ, ਉਹ ਜਾ ਕੇ ਤਰਨਤਾਰਨ 'ਚ ਵਿਕੀ, ਤੇ ਉੱਥੇ ਦੇ ਲੋਕਾਂ ਨੇ 150 ਬੰਦਿਆਂ ਦੇ ਗੁਰਦੇ, ਤੇ 150 ਬੰਦੇ ਦੀ ਡੈਥ ਹੋ ਗਈ, 300 ਬੰਦੇ ਦੇ ਗੁਰਦੇ ਤੇ ਅੱਖਾਂ ਖਰਾਬ ਹੋ ਗਈਆਂ। ਮਤਲਬ ਉਹ ਪਰਿਵਾਰ ਵੀ ਖਤਮ ਹੋ ਗਏ, 500 ਪਰਿਵਾਰ ਖਤਮ ਹੋ ਗਏ। ਪਰ ਸਰਦਾਰ ਨਵਜੋਤ ਸਿੰਘ ਸਿੱਧੂ ਆਪਦੀ ਖੁੱਡ 'ਚੋਂ ਨਹੀਂ ਨਿਕਲੇ, ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਹੈ। ਔਰ ਗੱਲ ਕਰ ਲਈਏ, ਜਦ ਉਹਨਾਂ ਨੇ ਰਿਜ਼ਾਈਨ ਕੀਤਾ, ਕਾਂਗਰਸ ਪਾਰਟੀ ਤੋਂ ਲੁੱਕ ਕੇ ਬੈਠੇ। ਜੇ ਉਹਨਾਂ ਦਾ ਮੰਤਰਾਲਿਆ ਬਦਲਤਾ, ਉਹਨਾਂ ਦਾ ਜਿਹੜਾ ਲੋਕਲ ਬਾਡੀਜ਼ ਮਹਿਕਮਾ ਛੱਡ ਕੇ ਉਹਨਾਂ ਨੂੰ ਪਾਵਰ ਦਾ ਮਹਿਕਮਾ ਦੇ ਦਿੱਤਾ ਗਿਆ, ਤਾਂ ਇਸ ਗੱਲ ਤੋਂ ਰੁੱਸ ਕੇ ਪਹਿਲਾਂ ਭਾਰਤੀ ਜਨਤਾ ਪਾਰਟੀ ਛੱਡਤੀ, ਫਿਰ ਕਾਂਗਰਸ ਨੇ ਐਡਾ ਵੱਡਾ ਮਾਣ ਬਖਸ਼ਿਆ, ਉਹ ਛੱਡਤਾ। ਹੁਣ ਇਹ ਨਹੀਂ ਪਤਾ ਅੱਜ ਉਹ ਕਿਹੜੀ ਪਾਰਟੀ ਵੱਲ ਝਾਕ ਰੱਖਣੇ ਨੇ, ਕਿੱਧਰ ਨੂੰ ਜਾਣਗੇ ਕਿੱਧਰ ਨਹੀਂ, ਉਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਮਤਲਬ। ਸੋ ਮੈਂ ਸਮਝਦਾ ਪੰਜਾਬ ਦੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ। ਮੈਂ ਤਾਂ ਇਹ ਸਮਝਦਾ, ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਹੈ ਤੁਹਾਡੇ ਚੈਨਲ ਦੇ ਥਰੂ, ਜਿਹੜਾ ਲੀਡਰ, ਜਿਹੜਾ ਵਿਅਕਤੀ ਤੁਹਾਡੇ ਕੋਲ ਵੋਟਾਂ ਮੰਗਣ ਆਉਂਦਾ, ਤੁਸੀਂ ਇਹ ਜ਼ਰੂਰ ਦੇਖੋ ਵੀ ਉਹ ਪਿਛਲੇ 5 ਸਾਲ ਕਿੱਥੇ ਰਿਹਾ, ਕੀ ਰੈਗੂਲਰ ਤੁਹਾਡੇ ਵਿੱਚ ਵਿਚਰਦਾ ਨੇ, ਨਹੀਂ ਵਿਚਰਦਾ ਰਿਹਾ। ਐਡੇ ਵੱਡੇ ਅਹੁਦਿਆਂ ਤੇ ਬਹਿ ਕੇ 2-2 ਸਾਲ ਤੁਸੀਂ ਆਪਦੇ ਘਰੋਂ ਨਾ ਨਿਕਲੋ, ਤਾਂ ਮੈਂ ਸਮਝਦਾ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ। ਤੁਸੀਂ ਜਾਂ ਤਾਂ ਸਾਰੇ ਹਰ ਤਰ੍ਹਾਂ ਦੀਆਂ ਜੋ ਗਨਮੈਨ, ਜਿਪਸੀਆਂ, ਪਰਕਸ ਜੋ ਲੈਂਦੇ ਹੋ ਸਾਰਾ ਕੁਝ ਛੱਡ ਦਿਓ, ਫਿਰ ਤਾਂ ਤੁਹਾਨੂੰ ਇਮਾਨਦਾਰ ਮੰਨੀਏ। ਸੋ ਮੈਂ ਸਮਝਦਾ ਇਹ ਬਹੁਤ ਹੀ ਮਾੜੀ ਗੱਲ ਹੈ। ਬਾਕੀ ਦੇਖੋ ਕੀ ਕਰਦੇ ਨੇ। ਹਾਂ ਇੰਨਾ ਵੀ ਸਾਡੇ ਲੋਕ ਸਿੰਪਲ ਸਧਾਰਨ ਲੋਕ, ਜਿਹੜਾ ਜ਼ਮੀਨ ਤੇ ਲੋਕ ਨੇ ਉਹਨਾਂ 'ਚ ਰਹਿਣ ਵਾਲੇ ਲੋਕ ਆ, ਉਹ ਇੱਕ ਐਕਟਰ ਕਿਸਮ ਦਾ ਬੰਦਾ, ਉਹਨੂੰ ਕਮੇਡੀ ਕਰਨੀ ਆਉਂਦੀ, ਉਹਨੂੰ ਬੋਲਣਾ ਵਧੀਆ ਆਉਂਦਾ, ਜਿਸ ਕਾਰਨ ਲੋਕ ਉਹਨੂੰ ਸੁਣਨ ਜ਼ਰੂਰ ਚਲੇ ਜਾਂਦੇ ਨੇ। ਸੋ ਮੈਨੂੰ ਇੰਨੀ ਕੁ ਗੱਲ ਲੱਗਦੀ ਹੈ, ਬਾਕੀ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ ਕਿਹੜੇ ਪਾਸੇ ਟਪੂਸੀ ਮਾਰਦੇ ਨੇ। ਤੇ ਦੂਸਰੇ ਪਾਸੇ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੀ, ਉਹਨਾਂ 'ਚ ਵੀ ਬੜਾ ਉਤਸ਼ਾਹ, ਉਹ ਵੀ ਇਹੀ ਲਿਖ ਪਾ ਰਹੇ। ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖ ਸਕਦੇ ਹੋ, ਉਹਨਾਂ ਦਾ ਕਹਿਣਾ ਇਹ ਹੈ ਕਿ ਹੁਣ ਅਸੀਂ ਵਧੀਆ ਤਰੀਕੇ ਨਾਲ ਲੜਾਂਗੇ ਔਰ ਹੁਣ ਅਸੀਂ ਜਿੱਤਾਂਗੇ। ਮੈਨੂੰ ਐਂ ਲੱਗਦਾ, ਮੈਂ ਉਹਨਾਂ ਦੇ ਇੱਕ ਐਕਸ ਮਿਨਿਸਟਰ ਮਦਨ ਮੋਹਨ ਮਿੱਤਲ ਜੀ ਦੀ ਸਟੇਟਮੈਂਟ ਜ਼ਰੂਰ ਸੁਣਦਾ ਹੋਣਾ। ਲਾਸਟ ਟਾਈਮ ਉਹਨਾਂ ਦੀ ਆਪਦੀ ਟਿਕਟ ਵੀ ਘਟ ਗਈ ਸੀ, ਤੇ ਪਿਛਲੇ 4-5 ਦਿਨ ਤੋਂ ਮੈਂ ਸੁਣ ਰਿਹਾ ਸੀ ਵੀ ਅਸੀਂ 59 ਸੀਟਾਂ ਤੇ ਲੜਾਂਗੇ। ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਖੁੱਲ੍ਹੀ ਛੁੱਟੀ ਹੈ 117 ਸੀਟਾਂ ਤੇ ਲੜਨ। ਪਰ ਤੁਹਾਡੇ ਚੈਨਲ ਥਰੂ ਇੱਕ ਗੱਲ ਕਹਿਣਾ ਚਾਹੂੰਗਾ ਮੈਂ, ਅੱਜ ਤੋਂ ਸਾਲ ਪਹਿਲਾਂ ਐਮਸੀ ਦੀਆਂ ਚੋਣਾਂ ਹੁੰਦੀਆਂ, ਭਾਰਤੀ ਜਨਤਾ ਪਾਰਟੀ 11 ਐਮਸੀ ਉਹਨਾਂ ਦੇ ਲੜਦੇ ਨੇ, 21 ਐਮਸੀ ਸਾਡੇ ਲੜਦੇ ਨੇ। ਪਟਿਆਲੇ ਸ਼ਹਿਰ ਦੀ ਗੱਲ ਕਰ ਲਾਂ ਮੈਂ, 4 ਐਮਸੀ ਉਹਨਾਂ ਨੇ ਅਕਾਲੀ ਦਲ ਤੋਂ ਮੰਗੇ। ਜਿਹੜਾ ਉਹਨਾਂ ਦਾ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦਾ ਪਟਿਆਲਾ ਸ਼ਹਿਰ ਦਾ, ਬੜੇ ਸਤਿਕਾਰਯੋਗ ਨੇ, ਹਰਿੰਦਰ ਕੋਹਲੀ ਜੀ, ਉਹ ਅਕਾਲੀ ਦਲ ਦੇ ਸੀਗੇ। ਮਤਲਬ ਜਿਹਦੇ ਕੋਲ ਪਾਰਟੀ 'ਚ ਆਪਦਾ ਪ੍ਰਧਾਨ ਬਣਾਉਣ ਨੂੰ ਨਹੀਂ ਹੈਗਾ, ਆਪਦੇ 20-25 ਹਜ਼ਾਰ ਪਿੱਛੇ ਵੋਟ ਪਿੱਛੇ ਇੱਕ ਬੰਦਾ ਐਮਸੀ ਲੜਾਉਣ ਨੂੰ ਨਹੀਂ ਹੈਗਾ, ਉਹ 117 ਸੀਟਾਂ ਤੇ ਲੜਨ ਦੀ ਗੱਲ ਕਰਦੇ ਨੇ। ਉਹਨਾਂ ਨੂੰ ਮੁਬਾਰਕ ਹੈ, ਉਹ ਆਪਦੀ ਲੜਾਈ ਜਾਰੀ ਰੱਖਣ। ਪਰ ਸ਼੍ਰੋਮਣੀ ਅਕਾਲੀ ਦਲ 117 ਸੀਟਾਂ ਦੀਆਂ ਗੱਡ ਕੇ ਲੜੂਗਾ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 2022 'ਚ ਮੁੱਖ ਮੰਤਰੀ ਪੰਜਾਬ ਬਣਨਗੇ, ਔਰ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਪੂਰਾ ਪੰਜਾਬ 'ਚ ਝੂਲੂਗਾ। ਤੇ ਆਮ ਆਦਮੀ ਪਾਰਟੀ ਬਾਰੇ ਕੀ ਸੋਚਦੇ ਹੋ? ਆਮ ਆਦਮੀ ਪਾਰਟੀ ਵੀ ਤਾਂ ਨਾਲ ਹੈ, ਹੁਣ ਤਾਂ ਉਹ ਵੀ ਕੰਪੀਟੀਸ਼ਨ ਦੇਣ ਨੂੰ ਤਿਆਰ ਹੈ। ਉਹਨਾਂ ਨੂੰ ਹੁਣ ਲੱਗਦਾ ਕਿ ਜਿਹੜੀ ਹਿੰਦੂ ਵੋਟ ਅੱਗੇ ਬੀਜੇਪੀ ਕਰਕੇ ਮਿਲ ਜਾਂਦੀ ਸੀ, ਹੁਣ ਉਹ ਹਿੰਦੂ ਵੋਟ ਉਧਰ ਚਲੀ ਜਾਊਗੀ। ਇੱਕ ਗੱਲ ਦੱਸ ਸਕਦੇ ਹੋ, ਆ ਵੋਟ ਵਾਲੀ ਗੱਲ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਮਨਪ੍ਰੀਤ ਬਾਦਲ ਨੂੰ ਵੀ ਸਾਰੀ ਪੈ ਗਈ ਸੀ ਜਦੋਂ ਨੇ ਪਾਰਟੀ ਬਣਾਈ ਸੀਗੀ, ਮੁੜ ਕੇ ਆਮ ਆਦਮੀ ਨੂੰ ਵੀ ਸਾਰੀ ਪੈ ਗਈ ਜਦੋਂ ਖਾੜਕੂਆਂ ਦੇ ਹੀ ਘਰੇ ਰਹਿ ਗਿਆ ਸੀ ਜਾ ਕੇ ਇਹਨਾਂ ਦਾ ਕੇਜਰੀਵਾਲ। ਜਿਹੜਾ ਕੇਜਰੀਵਾਲ ਕਹਿੰਦਾ ਸੀ ਪੰਜਾਬ ਮੇਂ ਮੈਂ ਗੱਡਾ ਗਾੜ ਕੇ ਬੈਠ ਕੇ ਆਊਂ, ਪਤਾ ਨਹੀਂ ਕਿਆ ਕਹਿੰਦਾ ਸੀਗਾ, ਹਿੰਦੀ ਕੀ ਬੋਲਿਆ ਦਿੱਲੀ ਵਾਲੀ ਕੀ ਨਹੀਂ, ਵੀ ਮੈਂ ਗਾੜ ਕੇ ਬੈਠ ਕੇ ਆਊਂ, ਮੈਂ यहाँ से हिलूंगा नहीं। 3.5 ਸਾਲ ਉਹ ਨਹੀਂ ਦਿਖਿਆ। ਕਿਸਾਨਾਂ ਤੇ ਐਡੀ ਵੱਡੀ ਤਸ਼ੱਦਦ ਚੱਲ ਰਹੀ ਹੈ ਪੰਜਾਬ 'ਚ, 4 ਐਮਪੀ ਦੀਆਂ ਸੀਟਾਂ ਪੂਰੇ ਹਿੰਦੁਸਤਾਨ 'ਚ ਪੰਜਾਬ ਨੇ ਦਿੱਤੀਆਂ ਹੋਣ, ਇੱਕ ਵਾਰ ਉਹਨੇ ਮੂੰਹ ਨਾ ਖੁੱਲ੍ਹਿਆ ਹੋਇਆ ਕਿਸਾਨਾਂ ਦੇ ਹੱਕ 'ਚ। ਇਹ ਬੰਦੇ ਪੰਜਾਬ 'ਚ ਸਰਕਾਰ ਬਣਾਉਣਗੇ? ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ, ਆਮ ਲੋਕਾਂ ਦੀ ਪਾਰਟੀ। ਭਗਵੰਤ ਮਾਨ ਤਾਂ ਬਹੁਤ ਬੋਲ ਰਿਹਾ।
ਭਗਵੰਤ ਮਾਨ ਤਾਂ ਬੋਲ ਹੀ ਰਿਹਾ ਨਾ, ਉਹ ਵੀ ਤਾਂ ਥੋੜਾ ਜਿਹਾ ਨੇੜੇ ਹੋ ਜਾਇਆ ਕਰੋ, ਪਤਾ ਨਹੀਂ ਉਹਨੇ ਖਾਦੀ ਪੀਤੀ 'ਚ ਘੱਟ ਵੱਧ ਬੋਲ ਜਾਂਦਾ ਹੈ, ਉਹ ਤੁਸੀਂ ਉਹਦੀ ਗੱਲਾਂ ਨੂੰ ਸੀਰੀਅਸ ਨਾ ਲਿਆ ਕਰੋ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ। ਸੋ ਤੁਸੀਂ ਦੇਖਿਆ ਕਿ ਅੱਜ ਜੇਕਰ ਗੱਲ ਕਰ ਲਈ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਝਟਕਾ ਲੱਗ ਰਿਹਾ ਉੱਥੇ ਹੀ ਲੱਗਦਾ ਹੈ ਹਰਪਾਲ ਜਨੇਜਾ ਜੀ ਵੱਲੋਂ ਪਟਿਆਲਾ ਦੇ ਵਿੱਚ ਤਿਆਰੀ ਕਰ ਲਿੱਤੀ ਗਈ ਹੈ ਕਿ ਹੋਰ ਵੀ ਕਈ ਝਟਕੇ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਜਾਣਗੇ ਔਰ ਲੋਕ ਜਿਹੜੇ ਹੈ ਸਮਰਥਨ ਜਿਹੜੇ ਦੇ ਰਹੇ ਆ ਉਹ ਅਕਾਲੀ ਦਲ ਨੂੰ ਦੇ ਰਹੇ ਆ। ਅੱਜ ਸੈਂਕੜੇ ਆਪਣੇ ਸਮਰਥਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਪਾਇਲ ਮੋਦਗਿਲ ਜੀ ਜਿਹੜੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਆ। ਹੁਣ ਦੇਖਦੇ ਆ ਅੱਗੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੂਗਾ ਇਸ ਗੱਠਜੋੜ ਦੇ ਖਤਮ ਹੋਣ ਤੋਂ ਬਾਅਦ। ਭਾਰਤੀ ਜਨਤਾ ਪਾਰਟੀ ਦੇ ਕਈ ਲੋਕ ਇਸ ਚੀਜ਼ ਦੇ ਵਿੱਚ ਕਨਫਿਊਜ਼ ਹੈ ਕਿ ਹੁਣ ਇੱਧਰ ਰਹਿਣਾ ਜਾਂ ਉੱਧਰ ਜਾਣਾ। ਸੋ ਇਹ ਕਨਫਿਊਜ਼ਨ ਕਿਸ ਤਰ੍ਹਾਂ ਦੂਰ ਹੁੰਦੀ ਹੈ ਜਲਦੀ ਜਲਦੀ ਤੁਹਾਨੂੰ ਦਿਖਾਉਂਦੇ ਰਹਾਂਗੇ। ਕੈਮਰਾਮੈਨ ਲਵੀਸ਼ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।